साहिब जी। तेरे कवन कवन गुण कह कह गावां, तू साहिब गुणी निधाना। तुमरी महिमा बरन न सकूं, तू ठाकुर ऊच भगवाना। वाहिगुरु साहिब जी। कबीरा जहाँ ज्ञान तह धर्म है, जहाँ झूठ तह पाप। जहाँ लोभ तह काल है, जहाँ खिमा तह आप। परम सम्मान योग चवर छत्र तत्त दे मालक गुरता गद्दी ते सुभाईमान धन सतगुरु श्री गुरु ग्रंथ साहिब सच्चे पातशाह जी, तिन्हां दी पावन ते पवित्र हजूरी अंदर सुशोभित हो बैठे सन्मान योग सत्कार योग सत संगी जनों, अकाल पुरख वाहिगुरु जी की महान रहमत बख्शिश हुई है जो आप सब गुरु हरकृष्ण साहिब सच्चे पातशाह जी के प्रकाश दिहाड़ियां नूं मनाउंदे आ। मेरे तो पहला गुरु करके रागी सिंघां पासों अमृतमई बाणी दे कीर्तन सरवण कर रहे सी। आओ जिथे आप जी ने रब्बी बाणी का कीर्तन सरवण किया है, उत्थे साहिब सतगुरु सच्चे पातशाह जी की पावन बाणी की विचार दे नाल इतिहास की विचार दे नाल जुड़न का यतन करिए। विचारां नूं रमण तो पहला गुरु बख्शी फतेह प्रवान करनी जी। कोई रसना गुरु फतेह तो वांझी ना रहे। इक्के वारी कहण ते आखना वाहिगुरू जी का खालसा वाहिगुरू जी की फतेह। भगत कबीर जी का एक श्लोक आप जी के सन्मुख रखिया है। भगत कबीर जी फरमा रहे ने कि कबीरा जहां ज्ञान तह धर्म है। जे धर्म की डेफिनेशन लैनी होवे ते गुरु ग्रंथ साहिब की बाणी ने बड़े सादे ते सिंपल लफ्जां दे विच ये गल आखी सी कि सर्ब धर्म में श्रेष्ठ धर्म हर को नाम जप निर्मल कर्म। निर्मल का अर्थ हुंदा है जिहड़े कर्म जिहड़े काम मैल तो रहत हो जाण, जिन्हां कम्मां विच मैल ना होवे। मैल काहदी है? बेईमानी दी। भगत कबीर जी कहण लगे कि धर्म उत्थे टिकदा है जिथे बंदे कोल पहला ज्ञान होवे, सोझी होवे, समझ होवे। जे ज्ञान नहीं हैगा धर्म नहीं टिकेगा। ज्ञान नहीं हैगा तो धर्म कमा भी नहीं सकता बंदा। ते सतगुरु गुरु नानक साहब सच्चे पातशाह जी ने वो ज्ञान साडे सन्मुख रखिया जो ज्ञान गुरु ग्रंथ साहिब के रूप में अज साडे कोल मौजूद है। भागां वाले समा सीमित है। गुरु हरकृष्ण साहब के जीवन की घटना तो असीं की सिक्ख्या लैनी है। अज का विषय अपना मेन मुख ये है। बड़ी थोड़ी आरजू गुरु हरकृष्ण महाराज ने भोगी, पर जो उन्होंने कार्य कर दिता शायद उन्होंने उम्र नालों किते वध गए सी। जो उन्होंने काम कर दिता, जो उन्होंने कर्म कमा लिया ना, वो उन्होंने उम्र नालों वधीक सी, वध के सी। मैं समझदा
ਜਿਹੜੀ ਸੋਚ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੰਦਰ ਸੀ, ਜਿਹੜੀ ਭਾਵਨਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੰਦਰ ਸੀ, ਇੰਨੀ ਨਿੱਕੀ ਜੀ ਉਮਰ ਦੇ ਵਿੱਚ ਸ਼ਾਇਦ ਉਹ ਸੋਚ ਤੇ ਉਹ ਗਿਆਨ ਸਿੱਖ ਭਾਵੇਂ 80 ਸਾਲ ਦੀ ਉਮਰ ਦਾ ਹੋ ਜਾਵੇ, ਅੱਜ ਦੇ ਸਮੇਂ ਵਿੱਚ ਉਹਦੇ ਅੰਦਰ ਵੀ ਨਾ ਹੋਵੇ। ਬਾਣੀ ਦਾ ਵਾਕ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੇ ਜਦੋਂ ਗੱਲ ਕੀਤੀ ਹੈ ਤੇ ਸਰੀਰ ਦੀ ਗੱਲ ਨਹੀਂ ਕੀਤੀ, ਸੋਚ ਤੇ ਸੁਰਤ ਦੀ ਗੱਲ ਕੀਤੀ ਹੈ। ਇਹ ਤੇਰੀ ਸੁਰਤ ਕਿੰਨੀ ਬਲਵਾਨ ਆ। ਤੇ ਮੈਂ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਨੂੰ ਫੋਲਦਾ, ਜਦੋਂ 10 ਗੁਰੂਆਂ ਦੇ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਵੱਲ ਨਿਗਾਹ ਮਾਰਦਾ ਨਾ, ਤੇ ਮੈਨੂੰ ਇਉਂ ਲੱਗਦਾ ਹੈ ਕਿ ਪਰਮੇਸ਼ਰ ਨੇ ਇੱਕ ਇਹੋ ਜਿਹੀ ਬਣਤ ਬਣਾਈ ਦੁਨੀਆ ਦੇ ਲੋਕਾਂ ਨੂੰ ਦੱਸਣ ਦੇ ਲਈ। ਗਿਆਨ ਦਾ ਕੋਈ ਉਮਰ ਜਾਂ ਗਿਆਨ ਦੀ ਕੋਈ ਸੀਮਾ ਨਹੀਂ ਹੈ। ਛੋਟੇ ਤੋਂ ਛੋਟਾ ਜੀਵ ਉਮਰ ਵਿੱਚ ਵੀ ਤੁਹਾਨੂੰ ਗਿਆਨ ਦੇ ਸਕਦਾ ਹੈ, ਸੋਝੀ ਤੇ ਸਮਝ ਦੇ ਸਕਦਾ ਹੈ। ਗਿਆਨ ਦੀ ਕੋਈ ਉਮਰ ਨਹੀਂ ਹੈ। ਬਾਣੀ ਦਾ ਵਾਕ ਹੈ, ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਨੇ 2 ਗੱਲਾਂ ਆਖੀਆਂ। ਇੱਕ ਆਖੀ ਬਾਲਕ ਦੀ ਤੇ ਦੂਜੀ ਬਿਰਧ ਦੀ। ਹੁਣ ਬਾਹਰੀ ਤਲ ਤੇ ਬਜ਼ੁਰਗ ਉਹਨੂੰ ਕਹਿੰਦੇ ਨੇ, ਬਿਰਧ ਉਹਨੂੰ ਕਹਿੰਦੇ ਨੇ ਜਿਹਦੀ ਦਾੜੀ ਚਿੱਟੀ ਹੋ ਜਾਵੇ। ਔਰ ਗੁਰਮਤਿ ਨੇ ਕੁਝ ਹੋਰ ਗੱਲ ਆਖੀ, ਉਹਨੂੰ ਆਮ ਤੌਰ ਤੇ ਸਿਆਣਾ ਵੀ ਕਹਿ ਦਿੰਦੇ ਨੇ। ਤੇ ਬਾਲਕ ਉਹਨੂੰ ਕਹਿੰਦੇ ਨੇ ਜਿਹਨੂੰ ਅਜੇ ਦਾੜੀ ਨਾ ਆਈ ਹੋਵੇ ਜਾਂ ਕਾਲੀ ਹੋਵੇ। ਤੇ ਦੁਨੀਆ ਵਿੱਚ ਬਹੁਤੀ ਵਾਰ ਸਿਆਣਪ ਦਾ ਪੈਮਾਨਾ ਇਹ ਹੈ ਵੀ ਦਾੜੀ ਕਿੰਨੀ ਚਿੱਟੀ ਹੈ। ਇਹ ਦੁਨੀਆ ਦਾ ਪੈਮਾਨਾ, ਉਮਰ ਕਿੰਨੀ ਵੱਡੀ ਹੈ। ਅੱਜ ਸਾਡੇ ਪੈਮਾਨੇ ਭਾਗਾਂ ਵਾਲੇ ਕੁਝ ਇਦਾਂ ਦੇ ਹੋ ਗਏ, ਤਾਈਓ ਤੇ ਮਨਮਤਾਂ ਸਾਡੇ ਵਿੱਚ ਆਈਆਂ, ਤਾਈਓ ਤੇ ਸਾਡੇ ਵਿੱਚ ਪਖੰਡ ਆਏ। ਤੁਸੀਂ ਖਿਆਲ ਕਰਕੇ ਵੇਖ ਲਿਓ, ਅੱਜ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਦੇ ਉੱਤੇ ਕਿਸੇ ਸਿੱਖ ਨੂੰ ਕੋਈ ਗੱਲ ਸਮਝਾ ਦਵੋ ਨਾ ਵੀ ਆਹ ਗੁਰਮਤਿ ਹੈ, ਤੇ ਬਹੁਤੀ ਵਾਰ ਉਹਦਾ ਇਹ ਅੱਗੋਂ ਜਵਾਬ ਹੁੰਦਾ ਹੈ, ਉਹ ਕਹਿੰਦੇ ਕਾਕਾ ਮੈਨੂੰ 80 ਸਾਲ ਹੋ ਗਏ ਕਰਮ ਕਰਦਿਆਂ, ਤੂੰ ਸਮਝਾਏਗਾ ਮੈਨੂੰ? ਇਹ ਅਸੀਂ ਗਲਤੀ ਪੜ੍ਹੀ ਗਏ, ਅਸੀਂ ਗਲਤੀ ਸਿੱਖਿਆ ਲਈ ਗਏ। ਪਰ ਮੈਂ ਹੈਰਾਨ ਹਾਂ, ਗੁਰੂ ਹਰਕ੍ਰਿਸ਼ਨ ਸਾਹਿਬ ਸਿੱਖਾਂ ਦੇ 8ਵੇਂ ਗੁਰੂ ਹਨ। ਉਮਰ ਕਿੰਨੀ ਕੁ ਹੈ? ਉਮਰ ਬੜੀ ਛੋਟੀ ਹੈ, ਪਰ ਜੋ ਉਹਨਾਂ ਦੇ ਕੋਲ ਗਿਆਨ, ਸੋਝੀ ਤੇ ਸਮਝ ਹੈ, ਮੈਂ ਬੇਨਤੀ ਕਰ ਦੇਵਾਂ ਸ਼ਾਇਦ ਉਹ ਅੱਜ ਸਾਡੇ ਕੋਲ ਨਹੀਂ। ਜਿਹੜਾ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਸੀ, ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਨਿੱਕੀ ਉਮਰ ਦੇ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਸਾਂਭਿਆ। ਤੇ ਸ਼ਾਇਦ ਉਸ ਵਕਤ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਮੇਂ ਵਿੱਚ ਵੀ ਉਹਨਾਂ ਨਾਲੋਂ ਵੱਡੇ ਸਿੱਖ ਹੈਗੇ ਸੀ, ਮੌਜੂਦ ਸੀ। ਕਿਸੇ ਵੀ ਇੱਕ ਸਿੱਖ ਨੇ ਉਹਨਾਂ ਤੇ ਕਿੰਤੂ ਜਾਂ ਪਰੰਤੂ ਨਹੀਂ ਕੀਤਾ ਹੋਵੇਗਾ ਵੀ ਤੂੰ ਸਾਡੇ ਨਾਲ ਛੋਟਾ ਹੈ, ਤੇਰੇ ਨਾਲੋਂ ਵੱਧ ਸਮਾਂ ਅਸੀਂ ਗੁਰੂ ਦੇ ਨਾਲ ਬਤੀਤ ਕੀਤਾ ਹੈ, ਤੇਰੇ ਨਾਲੋਂ ਵੱਧ ਸਮਾਂ ਅਸੀਂ ਗੁਰੂ ਹਰਿਰਾਏ ਸਾਹਿਬ ਦੇ ਨਾਲ ਬਤੀਤ ਕੀਤਾ ਹੈ। ਉਹਨਾਂ ਨੇ ਗੁਰੂ ਹਰਿਰਾਏ ਸਾਹਿਬ ਦੀ ਚੋਣ ਤੇ ਕਦੀ ਕਿੰਤੂ ਨਹੀਂ ਕੀਤਾ ਹੋਵੇਗਾ, ਬਲਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਹਰ ਗੱਲ ਨੂੰ ਉਹਨਾਂ ਨੇ ਸਵੀਕਾਰ ਕੀਤਾ ਹੋਵੇਗਾ। ਤੇ ਫਿਰ ਕਮਾਲ ਦੀ ਗੱਲ ਵੇਖੋ, ਅੱਜ ਸਾਡੇ ਬੱਚੇ ਵੀ ਹੈਗੇ ਨੇ, ਕਿਉਂਕਿ ਸਿੱਖਿਆ ਲੈਣੀ ਬਣਦੀ ਹੈ। ਤੁਸੀਂ ਕਦੀ ਸਿੱਖ ਇਤਿਹਾਸ ਨੂੰ ਜੇ ਕਿਤੇ ਗੌਰ ਨਾਲ ਵਿਚਾਰੋ ਨਾ, ਤੇ ਗੁਰੂ ਸਾਹਿਬ ਨੇ ਜਦੋਂ ਗੁਰਗੱਦੀ ਦੀ ਬਖਸ਼ਿਸ਼ ਕੀਤੀ ਹੈ ਤੇ ਯੋਗਤਾ ਵੇਖ ਕੇ ਕੀਤੀ ਹੈ, ਖੂਨ ਦਾ ਰਿਸ਼ਤਾ ਵੇਖ ਕੇ ਨਹੀਂ ਕੀਤੀ। ਕਈ ਵਾਰ ਉਮਰ ਵਿੱਚ ਕੋਈ ਛੋਟਾ ਹੋਵੇ ਤੇ ਪਤਾ ਹੋਵੇ ਵੀ ਜਿਹੜੇ ਰਾਹ ਤੇ ਇਹ ਚੱਲਣ ਲੱਗਾ ਉਹ ਰਾਹ ਬੜਾ ਕਠਿਨ ਹੈ, ਉਹ ਰਾਹ ਬੜਾ ਵਿਗੜਾ, ਉਹ ਪੰਧ ਬੜਾ, ਉਹ ਮਾਰਗ ਬੜਾ ਕਠਿਨ ਹੈ। ਹੁਣ ਗੁਰੂ ਹਰਿਰਾਏ ਸਾਹਿਬ ਦਾ ਸਮਾਂ ਹੈ ਤੇ ਉਦੋਂ ਬਾਅਦ ਵਿੱਚ ਉਸ ਵਕਤ ਦਾ ਬਾਦਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਮੇਂ ਹੈ ਔਰੰਗਜ਼ੇਬ, ਜਿਹਦੀ ਨੀਤੀ ਕੱਟੜ ਹੈ। ਹਾਲਾਂਕਿ ਪਹਿਲਾਂ ਗੁਰੂ ਘਰ ਵਿੱਚ ਇੱਕ ਸ਼ਹੀਦੀ ਹੋ ਚੁੱਕੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ। ਤੇ ਦੁਨੀਆ ਦੇ ਮਨੁੱਖਾਂ ਦਾ ਸੁਭਾਅ ਹੈ, ਜਦੋਂ ਇਹਦੇ ਪਰਿਵਾਰ ਵਿੱਚ ਕੋਈ ਮੁਸੀਬਤਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਨਾ, ਇਹ ਉਹਨਾਂ ਮੁਸੀਬਤਾਂ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦਾ ਹੈ ਕਿ ਦੂਜਿਆਂ ਦੇ ਬੱਚੇ ਉਸ ਅੱਗ ਵਿੱਚ ਝੋਕ ਦਿੱਤੇ ਜਾਣ। ਤੇ ਚੰਗੀ ਗੱਲ ਹੈ, ਮੈਂ ਕਿਸੇ ਤਰੀਕੇ ਨਾਲ ਨਾ ਵੀ ਕਮਾ ਜਾਵਾਂ ਤੇ ਮੇਰੇ ਬੱਚੇ ਉਸ ਅੱਗ ਵਿੱਚ ਨਾ ਜਾਣ। ਤੇ ਮੈਂ ਹੈਰਾਨ ਹਾਂ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ, ਗੁਰੂ ਹਰਗੋਬਿੰਦ ਸਾਹਿਬ ਨੂੰ 4 ਜੰਗਾਂ ਵੀ ਲੜਨੀਆਂ ਪਈਆਂ। ਇਤਿਹਾਸ ਕਹਿੰਦਾ 2200 ਘੋੜ ਸਵਾਰ ਗੁਰੂ ਹਰਿਰਾਏ ਸਾਹਿਬ ਦੇ ਨਾਲ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਲ ਰਹਿੰਦੇ ਸੀ। ਗੁਰੂ ਹਰਿਰਾਏ ਸਾਹਿਬ ਨੇ ਛੋਟੇ ਬੱਚੇ, ਕਿਉਂਕਿ ਇੱਕ ਵੱਡਾ ਪੁੱਤਰ ਹੈ ਰਾਮ ਰਾਏ, ਉਦੋਂ ਛੋਟਾ ਹੈ ਗੁਰੂ ਹਰਕ੍ਰਿਸ਼ਨ, ਉਹਨਾਂ ਨੂੰ ਜਦੋਂ ਗੁਰਗੱਦੀ ਦੀ ਬਖਸ਼ਿਸ਼ ਕੀਤੀ
ਇੱਕ ਵਾਰੀ ਵੀ ਸ਼ਾਇਦ ਇਸ ਗੱਲ ਨੂੰ ਸੋਚਿਆ ਨਹੀਂ ਵੀ ਮੈਨੂੰ 2200 ਘੋੜ ਸਵਾਰ ਰੱਖਣ ਦੀ ਲੋੜ ਪੈ ਰਹੀ ਏ, ਹਕੂਮਤ ਮੇਰੀ ਦੁਸ਼ਮਣ ਹੈ, ਜਾਤ ਅਭਿਮਾਨੀ ਮੇਰੇ ਦੁਸ਼ਮਣ ਹੈ, ਮੈਂ ਇਸ 5 ਸਾਲ ਤੇ 3 ਮਹੀਨੇ ਦੇ ਬੱਚੇ ਨੂੰ ਉਸ ਜ਼ਿੰਮੇਵਾਰੀ, ਉਸ ਗੱਦੀ ਤੇ ਬਿਠਾ ਰਿਹਾ ਹਾਂ ਜਿੱਥੇ ਸਿਰਫ ਮੌਤ ਹੈ, ਹੋਰ ਕੁਝ ਨਹੀਂ, ਜਿੱਥੇ ਸਿਰਫ ਮੌਤ ਹੈ। ਪਰਵਾਹ ਨਹੀਂ ਕੀਤੀ, ਸਿੱਖਿਆ ਦਿੱਤੀ। ਤੇ ਜਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਰਾਜਾ ਮਿਰਜ਼ਾ ਜੈ ਸਿੰਘ ਦੇ ਡੇਰੇ ਵਿੱਚ ਗਏ, ਉਹਦੇ ਮਹੱਲ ਵਿੱਚ ਗਏ, ਜਿਹਨੂੰ ਅੱਜ ਗੁਰਦੁਆਰਾ ਬੰਗਲਾ ਸਾਹਿਬ ਆਖਿਆ ਜਾਂਦਾ ਹੈ, ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਮਿਲਣ ਲਈ ਸੁਨੇਹੇ ਭੇਜੇ। ਗੁਰੂ ਹਰਕ੍ਰਿਸ਼ਨ ਮਹਾਰਾਜ ਉਹਦੇ ਕੋਲ ਨਹੀਂ ਗਏ। ਤੇ ਮੈਂ ਸੋਚਦਾ ਕਿੰਨੀ ਲਿਆਕਤ ਹੋਵੇਗੀ। ਇੱਕੋ ਹੀ ਗੱਲ ਆਖੀ ਵੀ ਤੂੰ ਜ਼ੁਲਮੀ ਹੈ, ਤੂੰ ਜ਼ੁਲਮ ਕਮਾ ਰਿਹਾ, ਅਸੀਂ ਤੇਰੇ ਮੱਥੇ ਨਹੀਂ ਲੱਗਣੇ ਚਾਹੁੰਦੇ। ਪਰਵਾਹ ਨਹੀਂ ਕੀਤੀ, ਹਾਲਾਂਕਿ ਪਤਾ ਹੈ ਉਹਦੀ ਪਾਵਰ ਹੈ, ਜੋ ਮਰਜ਼ੀ ਕਰ ਸਕਦਾ ਹੋ, ਪਰ ਕਿੰਨੀ ਦ੍ਰਿੜਤਾ ਦੇ ਨਾਲ ਉਹ ਉਸ ਔਰੰਗਜ਼ੇਬ ਦੇ ਅੱਗੇ ਖੜਨ ਦੀ ਜੁਰਤ ਰੱਖਦੇ ਨੇ ਵੀ ਤੇਰੇ ਸੱਦੇ ਤੇ ਮੈਂ ਤੇਰੇ ਘਰ ਵਿੱਚ ਨਹੀਂ ਆਉਣਾ, ਤੇਰੇ ਮਹਿਲਾਂ ਵਿੱਚ ਪ੍ਰਵੇਸ਼ ਨਹੀਂ ਕਰਨਾ। ਅੱਜ ਦੇ ਲੀਡਰ ਇਸ ਗੱਲ ਨੂੰ ਸਿੱਖਣਗੇ। ਅੱਜ ਦੇ ਸਾਡੇ ਆਗੂ ਕੀ ਇਸ ਗੱਲ ਤੋਂ ਕੋਈ ਸਿੱਖਿਆ ਲੈਣਗੇ? ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਜੀਵਨ ਤੋਂ ਵੀ ਕਿੰਨੀ ਨਿੱਕੀ ਉਮਰ ਦੇ ਵਿੱਚ ਉਹਨਾਂ ਔਰੰਗਜ਼ੇਬ ਵਰਗੇ ਜ਼ਾਲਮ ਦਾ ਸਾਹਮਣਾ ਕੀਤਾ, ਉਹਦੀ ਪਰਵਾਹ ਨਹੀਂ ਕੀਤੀ। ਉਹਦੀ ਗੱਲ ਦੁਨੀਆ ਦੇ ਵਿੱਚ ਕੋਈ ਲੀਡਰ ਹੋਵੇ, ਲੋਕ ਤਰਸਦੇ ਨੇ ਮੇਰੀ ਉਹਦੇ ਨਾਲ ਫੋਟੋ ਹੋ ਜਾਵੇ, ਮੈਂ ਉਹਦੇ ਨਾਲ ਕੋਈ ਚਾਹ ਦਾ ਪਿਆਲਾ, ਕੋਈ ਸ਼ਰਾਬ ਦਾ ਪਿਆਲਾ ਸਾਂਝਾ ਕਰ ਲਵਾਂ। ਜਾਣ ਪਛਾਣ ਆਗੂਆਂ ਨਾਲ ਪਾਉਣ ਨੂੰ ਫਿਰਦੇ ਨੇ। ਇੱਥੇ ਤੇ ਆਗੂਆਂ ਨਾਲ ਜਾਣ ਪਛਾਣ ਪਾਉਣ ਨੂੰ ਗੁਰਮਤ ਦੇ ਸਿਧਾਂਤਾਂ ਦਾ ਸੌਦਾ ਕਰ ਦਿੱਤਾ ਮੇਰੇ ਆਗੂਆਂ ਨੇ। ਸਾਡੀ ਕੌਮ ਦੇ ਆਗੂਆਂ ਨੇ ਗੁਰਮਤ ਦੇ ਸਿਧਾਂਤਾਂ ਦਾ ਸੌਦਾ ਕਰ ਦਿੱਤਾ, ਗੁਰੂ ਦੀ ਬਾਣੀ ਦਾ ਸੌਦਾ ਕਰ ਦਿੱਤਾ, ਗੁਰ ਸਥਾਨਾਂ ਦਾ ਸੌਦਾ ਕਰ ਦਿੱਤਾ, ਤੇ ਸਰੋਪੇ ਵੀ ਉਹਨਾਂ ਲੋਕਾਂ ਦੇ ਗਲਾਂ ਵਿੱਚ ਪਾਏ ਜਿਹੜੇ ਸਿੱਖੀ ਦੇ ਦੁਸ਼ਮਣ ਹਨ। ਵਾਹ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੈਨੂੰ ਔਰੰਗਜ਼ੇਬ ਦੀ ਪਰਵਾਹ ਨਹੀਂ। ਆ ਵੇਖ, ਜਿਹੜੇ ਤੇਰੀ ਬਾਣੀ ਦੇ ਸਿਰ ਤੋਂ ਗੱਦੀਆਂ ਤੇ ਬੈਠੇ, ਜਿਹੜੇ ਤੇਰੇ ਪੰਥ ਦੇ ਸਿਰ ਤੋਂ ਗੱਦੀਆਂ ਦੇ ਵਾਰਸ ਬਣ ਗਏ, ਅੱਜ ਉਹਨਾਂ ਨੇ ਤੇਰੀ ਬਾਣੀ ਨੂੰ ਵੇਚ ਦਿੱਤਾ, ਉਹਨਾਂ ਨੇ ਤੇਰੀ ਬਾਣੀ ਦਾ ਸੌਦਾ ਕਰ ਦਿੱਤਾ। ਇਹ ਲਿਆਕਤ ਸੀ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਵਿੱਚ। ਤੇ ਸਿੱਖਿਆ ਕੀ ਮਿਲਦੀ ਹੈ ਸਾਨੂੰ? ਜਦੋਂ ਗੁਰੂ ਹਰਿਰਾਏ ਸਾਹਿਬ ਨੇ ਗੁਰਗੱਦੀ ਦਿੱਤੀ ਹੋਵੇਗੀ ਤੇ ਗੁਰੂ ਹਰਿਰਾਏ ਸਾਹਿਬ ਦੀ ਪਤਨੀ ਨੇ ਇੱਕ ਵਾਰ ਵੀ ਇਹ ਗੱਲ ਨਹੀਂ ਆਖੀ ਹੋਵੇਗੀ ਵੀ ਤੁਸੀਂ ਛੋਟਾ ਬੱਚਾ ਏ, ਇਹਨੂੰ ਤੁਸੀਂ ਗੁਰਗੱਦੀ ਦੀ ਜ਼ਿੰਮੇਵਾਰੀ ਦੇ ਰਹੇ ਹੋ, ਇੰਨਾ ਖਤਰਾ ਏ, ਮੈਂ ਆਪਣੇ ਬੱਚੇ ਨੂੰ ਗਵਾਉਣਾ ਨਹੀਂ ਚਾਹੁੰਦੀ। ਪਰਵਾਹ ਕੋਈ ਨਹੀਂ, ਭਾਵੇਂ ਸੇਵਾ ਕਰਦੇ ਆਪਣਾ ਸਰੀਰ ਲੇਖੇ ਲੱਗ ਗਿਆ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ, ਪਰ ਮਾਤਾ ਨੂੰ ਵੀ ਕੋਈ ਪਰਵਾਹ ਨਹੀਂ। ਖਿਆਲ ਕਰਿਓ, ਅੱਜ ਦੀਆਂ ਮਾਵਾਂ ਦੇ ਬੱਚਿਆਂ ਨੂੰ ਸ਼ਾਇਦ ਕੋਈ ਖਤਰਾ ਨਹੀਂ ਹੈ, ਕੋਈ ਔਰੰਗਜ਼ੇਬ ਤਲਵਾਰ ਲੈ ਕੇ ਨਹੀਂ ਬੈਠਾ, ਪਰ ਸਾਡੇ ਅੱਜ ਬੱਚਿਆਂ ਦੇ ਸਿਰਾਂ ਤੇ ਕੇਸ ਨਹੀਂ। ਸਿੱਖਿਆ ਲੈਣੀ ਬਣਦੀ ਹੈ। ਕਹਾਣੀਆਂ ਪਾ ਲੈਣੀਆਂ ਤੇ ਸੌਖੀ ਗੱਲ ਨਹੀਂ ਵੀ ਸਾਹਿਬਜ਼ਾਦਿਆਂ ਦੀਆਂ ਕਹਾਣੀਆਂ ਪਾ ਲਈਆਂ, ਗੁਰੂ ਹਰਕ੍ਰਿਸ਼ਨ ਦੀਆਂ ਕਹਾਣੀਆਂ ਪਾ ਲਈਆਂ। ਮੈਂ ਕਈ ਵਾਰ ਮਹਿਸੂਸ ਕਰਦਾ ਅਸੀਂ ਦਿਹਾੜੇ ਮਨਾਉਣੇ ਆ, ਬੜੀ ਚੰਗੀ ਗੱਲ ਹੈ, ਅਸੀਂ ਦਿਹਾੜਿਆਂ ਤੇ ਭਾਵੁਕ ਵੀ ਹੁੰਦੇ ਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਵੀ ਸੁਣਦੇ ਆ, ਪਰ ਮੇਰੇ ਖਿਆਲ ਨਾਲ ਨਾ ਮੇਰੀ ਇਹ ਸੋਚ ਬਣ ਚੁੱਕੀ ਵੀ ਸ਼ਹੀਦ ਹੋਣੇ ਚਾਹੀਦੇ ਨੇ, ਕੁਰਬਾਨੀਆਂ ਦੇਣ ਵਾਲੇ ਹੋਣੇ ਚਾਹੀਦੇ ਨੇ, ਸੱਚ ਦੀ ਗੱਲ ਕਰਨ ਵਾਲੇ ਹੋਣੇ ਚਾਹੀਦੇ ਨੇ, ਪਰ ਉਹ ਮੇਰੇ ਘਰ ਵਿੱਚ ਨਾ ਹੋਵੇ, ਗੁਆਂਢੀਆਂ ਦੇ ਘਰ ਵਿੱਚ ਪੈਦਾ ਹੋਵੇ। ਕਿ ਮੈਂ ਆਪਣੇ ਬੱਚੇ ਨੂੰ ਹਰਕ੍ਰਿਸ਼ਨ ਵਰਗਾ ਨਹੀਂ ਬਣਾਉਣਾ, ਮੈਂ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਵਰਗਾ ਨਹੀਂ ਬਣਾਉਣਾ। ਹੋਣੇ ਚਾਹੀਦੇ ਨੇ, ਦਿਹਾੜੇ ਅਸੀਂ ਮਨਾਉਣੇ ਨੇ, ਪਰ ਆਪਣੇ ਬੱਚੇ ਉੱਦਾਂ ਦੇ ਨਹੀਂ ਬਣਾਉਣੇ। ਭਾਗਾਂ ਵਾਲਿਓ, ਸਿੱਖੋ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਉਸ ਜੀਵਨ ਤੋਂ, ਉਹਨਾਂ ਦੇ ਜਨਮ ਦਿਨ ਨੂੰ ਮਨਾਉਂਦਿਆਂ, ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਅਸੀਂ ਵੀ ਇਹ ਲੋਚਾ ਤੇ ਇੱਛਾ ਮਨ ਵਿੱਚ ਰੱਖੀਏ, ਜਿਵੇਂ ਜੇ 5 ਸਾਲ ਤੇ 3 ਮਹੀਨਿਆਂ ਦੇ ਉਹ ਗੁਰੂ ਬਣ ਕੇ ਪੰਥ ਦੀ ਸੇਵਾ ਕਰ ਸਕਦੇ ਹਨ। ਮੇਰਾ ਬੱਚਾ ਤੇ 15 ਸਾਲਾਂ ਦਾ ਹੋ ਗਿਆ, ਮੈਂ ਬੱਚੇ ਦੀ ਗੱਲ ਛੱਡਾਂ, ਮੈਂ ਆਪਣੇ ਵੱਲ ਵੇਖਾਂ, ਮੇਰੀ ਕਿੰਨੀ ਉਮਰ ਹੋ ਗਈ, ਮੈਂ ਪੰਥ ਲਈ, ਮੈਂ ਗੁਰੂ ਲਈ, ਮੈਂ ਸਮਾਜ ਲਈ ਕੀ ਕਰ ਰਿਹਾ। ਗੱਲ ਉਹ ਹੈ ਬਾਬੇ ਕਬੀਰ ਦੀ। ਅਜੇ ਤੇ ਸਾਨੂੰ ਗਿਆਨ ਕੋਈ ਨਹੀਂ, ਅਜੇ ਸਮਝ ਨਾਂ ਦੀ ਚੀਜ਼ ਕੋਈ ਨਹੀਂ। ਜਿਹੜੇ ਲੋਕ ਸਾਡੇ ਵਿੱਚ ਕਰਮਕਾਂਡ ਵਾੜ ਰਹੇ ਨੇ, ਜਿਹੜੇ ਲੋਕ ਸਾਡੇ ਵਿੱਚ ਪਖੰਡ ਵਾੜ ਰਹੇ ਨੇ, ਅਸੀਂ ਉਹਨਾਂ ਤੋਂ ਆਪਣਾ ਖਹਿੜਾ ਛਡਾਈਏ ਤੇ ਇਸ ਪਾਸੇ ਤੁਰੀਏ ਨਾ। ਜੇ ਸਾਨੂੰ ਗਿਆਨ ਆਵੇ, ਜੇ ਸਾਨੂੰ ਸਮਝ ਆਵੇ। ਤੁਸੀਂ ਵੇਖੋ ਕਿੰਨੇ ਐਸੇ ਡੇਰੇਦਾਰ ਨੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਫਿਰ ਕਰਨੀ ਚਾਹਾਂਗਾ, ਭਾਗਾਂ ਵਾਲਿਓ ਨਹੀਂ ਚਾਹੁੰਦੇ ਤੁਸੀਂ ਗੁਰੂ
गुरु हरकृष्ण महाराज नूं चेते रखो। उन्हां नहीं मनाउणे गुरु हरकृष्ण साहिब दा प्रकाश दिहाड़ा, उन्हां नहीं मनाउणा ज्योति जोत पुरब, उन्हां अपने बाबियां दीयां बरसियां दे विच तुहानूं उलझा के रख दिता। अज तुसीं कदी इस गल वल निर्णय करके वेख लो, जिन्ना इकट्ठ उन्हां अनमतियां दे डेरियां ते है, उन्हां इकट्ठ गुरु घर विच नहीं, उन्हां इकट्ठ गुरुद्वारे विच नहीं। जिन्ना इकट्ठ बाबियां दीयां बरसियां ते है, उन्हां इकट्ठ गुरु हरकृष्ण महाराज वेख लाण के तेरे प्रकाश पुरब ते हैगा ही नहीं, क्योंकि इन्हां दा प्रेम साधा नाल वध ते तेरे नाल घट है। असीं आप फैसला दिता, असीं आप इस गल ते मोहर ला दी। गुरु कृपा करे असीं जागरूक हो जाइए, सानू पता लगे। अब थोड़े दिन हो गए, एक सज्जन वीर मिलिया, उन्हें अपने मन की वेदना जाहिर की। उन्हें दसिया भी मैं गुरु वाले पासे जुड़ना चाहना वा, क्योंकि मैनू ठाठां वालियां ने बड़ा उलझाता। वैसे मैं कहना मैनू थोड़ा जिहा ज्ञान दिओ, इस पासे सोझी दिओ। जदों मैं उहदे नाल गल कीती, कह लगा मैनू ठाठां वालियां उलझाता। मैं कहा ठाठां वाले किहड़े ने? ठाठ दा मतलब ते ऐश करनी है, ये किहड़े ठाठां वाले आ गए? उन्हें फिर अपना जिहड़ा उहदे मन दे अंदर दी विचार सी उन्हें मेरे नाल साझी कीती। ते मैं उस वीर नूं भी ये गल आखी ते तुहानूं भी ये बेनती करदा, सवाल करिओ किते। जे गुरु हरकृष्ण महाराज नूं औरंगजेब दी परवाह नहीं ते असीं इन्हां मामूली बंदियां दी परवाह भी क्यों करीए? मैं उन्होंने पहला सवाल किया, मैं कहा जाके सवाल करी, साडे सिख पंथ विच गुरुद्वारे ते हन, साडी धर्मशाला ते है, पर ठाठ लफ्ज सिक्खी विच कित्थों आया? तुसीं कह रहे हो बाबे सिक्खी दा प्रचार कर रहे हैं, ठाठ दा अर्थ ऐश करनी। फिर अगली गल, साडे सिख पंथ विच निशान की खातर, निशान साहब की खातर जिहड़ी शहीदां दी मिसल सी, इहदे बारे ये गल आखी जाती है कि जदों दुश्मनां नाल लड़ाई हुंदी सी ते निशान साहब लैके अगे चलदे सी, उन्हां ने ठाठां विचों निशान साहब पुट के बाहर मारे। तुसीं कह रहे हो सिੱਖੀ ਦਾ प्रचार हो रहा, गुरमत का प्रचार हो रहा, मैनूं एक गल का निर्णय दे दिओ, उत्थे ठाठां विच निशान साहब क्यों नहीं? साडा सारा इतिहास नेस तो नबूद करके सानू इस पासे तोड़ के लजाया किधर जा रहा? ये तुसीं जागरूक होवो, तुसीं समझो। ते बाबे कबीर ने जिहड़ी गल आखी, कह लगे धर्म उत्थे टिकेगा जिथे ज्ञान है, जिथे समझ है, जिथे सूझ ही नहीं, जिथे सूझ ही नहीं उत्थे धर्म किवें टिक जाएगा? कबीरा जहां ज्ञान तां धर्म है, जिथे ज्ञान, ज्ञान का अर्थ है सोझी, ते ज्ञान होना किहड़ा चाहिए? कह लगे ऐसा ज्ञान जपो मन मेरे होवो जाकर साचे घेरे। इहो जिहा ज्ञान जिहड़ा तेनू सच दा चाकर बना देवे, सच दा सेवादार बना देवे, ऐसा ज्ञान जपो मन मेरे होवो चाकर साचे घेरे। कबीरा जहां ज्ञान तह धर्म है। फिर अगली गल आखी, जहां झूठ तह पाप। जिथे झूठ है ना, उत्थे सिर्फ पाप है, उत्थे पाप तो इलावा और कोई चीज नहीं। जहां झूठ तह पाप, झूठ जिथे होवेगा उत्थे पाप टिकेगा। याद रखो, सच नानक दे घर विच है, झूठ उत्थे है। हुण फैसला असीं करना, असीं सच वाले पासे ज्ञान नूं कमा के धर्म नाल जुड़ना है, जां झूठ वाले पासे जाके पाप नाल जुड़ना है। अगला वचन रखिया, कह लगे जहां लोभ तह काल है। जिथे लोभ है ना, उत्थे सदा ही काल रहेगा। मान लो चीज़ों की बहुतात हो, जो बंदे अंदर लोभ है तो काल ही है ना चीज़ का। मेरे को पदार्थों के ढेर लगे होण, जे मेरे अंदर लोभ है तो मैं किसी को की देवांगा, क्योंकि ये मेरे वास्ते ही काल पिया होया उन्हां चीज़ों का। जहाँ लोभ, सतगुरु कह लगे जिथे लोभ है उत्थे काल है। जिथे लोभ खत्म हो जाता ना, उत्थों काल निकल जाता है, उत्थों भुखमरी निकल जाती है। तो गुरु साहब के मन में लोभ नहीं सी। जिदन दिल्ली में काल पिया, ख्याल करियो, हज़ारां लोग चेचक की बीमारी का शिकार होकर मर रहे हैं। तो गुरु हरकृष्ण महाराज ने सिख संगतां दे नां एक आदेश जारी किया, जिन्नी भी गोलक की माया है, जिन्नी भी दसवंध की माया है, जिहड़ी माया गुरु घरां दे लई आ रही है, वो सारी माया इन्हां पीड़ितां ते लगेगी। क्योंकि जे लोग ही ना रहे तो मंदिर किस काम, जे लोग ही ना रहे तो गुरु किस काम, गुरुद्वारे किस काम। वो सारी माया उन्होंने हैल्प से लाई गई, उन्होंने मदद से लाई गई। तो सतगुरु महाराज आप उन्हों का इलाज करते करते उस
बीमारी का शिकार हो गए, जिन्हां करके उन्होंने ज्योति जोत समाना पिया। वैसे इतिहास चुप है, जे खोज की लोड़ है। गुरु हरकृष्ण महाराज ज्योति जोत अकाल चलाना किवें समाए, बहुत खोज का विषय है। खैर सतगुरु महाराज की कृपा करे। मैं जी बेनती कर रहा सी, गुरु साहब उन्होंने पीड़ितां की सेवा करते हैं, गुरु घर की माया उधरले पासे लाते हैं। अज की हो रहा, इस गल की विचार कर लियो, अज की हो रहा। अज माया कित्थे लग रही? पत्थरां ते। इतिहासक स्थान नेस तो अनुभूत हो रहे। अज माया का वरतारा किधर हो रहा? ये सारिया गल्लां विचारन योग ने, जिहड़ियां गुरु हरकृष्ण महाराज के जीवन विचों सानूं मिलदियां ने। क्योंकि गुरु अर्जन साहब महाराज लाहौर की धरती के काल पिया ते गुरु अर्जन साहब महाराज वो काम कर रहे हैं। जे दिल्ली विच लोकां नूं बीमारी निकली, लोग मर रहे ने, लोग तड़फ रहे ने, ते गुरु ने अपना धन जिहड़ा है, संगत का दसवंध जिहड़ा है, उन्हां दी सेवा विच लाया। क्योंकि गुरु ने इस गल नूं समझिया। दूजी सिक्ख्या ये लैनी बनती है कि मैं अपनी जिंदगी की जिहड़ी पूंजी है, मैं किन्ने कु कल्याणकारी काम कर रहा, किन्ने कु समाज की भलाई के काम कर रहा, जिहड़े काम गुरु हरकृष्ण महाराज ने निक्की उम्रे कीते। कि मैं मेरी इन्नी उम्र हो गई, मैं उस पासे तुरिया हाँ। कई पक्ष ने गुरु हरकृष्ण महाराज के जीवन दे, अजे तो मेरे अपने अंदर लोभ है, इस करके अजे काल पिया होया। जिदन मेरे अंदर का लोभ खत्म होएगा ना, उदन मैं किसी की मदद कर सकता, उदन किसी की हेल्प कर सकता। अजे अपने अंदर लोभ है, कह लगे जहां लोभ तहां काल है। जे अंदर लोभ है, लोभ किसी चीज़ का भी हो सकता। शरीर का लोभ होवे ना, बंदा शहादत नहीं दे सकता। मैं समझदा गुरु तेग बहादुर साहब नूं शरीर नूं पालण का लोभ नहीं सी। बीमारी निकली होवे, किते कोई मुश्किल हो जाए, बंदा जगह त्याग जाता, वो जगह वो टिकाणा छड्ड जाता भी किते इहदे नाल जां इहदी हैल्प कीतियां मैनूं ना मुश्किल आ जाए। क्योंकि शरीर का लोभ है ना, अजे तां सेवा नहीं हो रही। गुरु साहब ने लोभ नूं त्यागिया, ते जिथे लोभ है उत्थे काल है, उत्थे सेवा का भी काल है, उत्थे शरीर का मोह है, उत्थे दूजे की कुर्बानी भी नहीं की जा सकती। ते बाबा कबीर जी कहण लगे जहां लोभ तहां काल है, जिथे लोभ है उत्थे हमेशा काल पिया रहेगा। साडी जिंदगी विच लोभ है तां करके सेवा का काल है, साडी जिंदगी विच लोभ है तां करके बाणी पढ़न का अजे काल पिया होया। असीं बाणी वाले पासे तुरदे नहीं। जहां लोभ तह काल, फिर अगे गल आखी जहां खिमा, जिथे मन विच टिकाव होवे, शांति होवे। जहां खिमा तां आप, जिहदे मन विच शांति है ना, जिहदे मन विच टिका है, उथे रब आप वसदा, उथे गुरु आप वसदा। सतगुर कृपा करे। पावन श्लोक दी विचार ते गुरु हरकृष्ण महाराज का जीवन सानू की सुनेहा दिंदा। इस चीज़ नूं कमाउण दा यतन करिए, इधरले पासे तुरन दा यतन करिए भी जे वो इन्नी निक्की उम्र दे विच इन्नी समर्था रखते हैं भी कौम की भी अगवाई कर सकते हैं, इन्नी निक्की उम्र दे विच जान की परवाह ना करके लुकाई की सेवा कर रहे हैं। साडियां ते इन्नियां हो गईयां, असीं कदों गुरु घर वाले पासे तुरना है, असीं कदों गुरु की सेवा करनी है। इस गल वल गौर करने की लोड़ है, तां साडे ये पुरब मनाए सफल ने। सो भागां वालिओ, गुरु के इतिहास की विचार करते हैं, बाबे कबीर के श्लोक की विचार करते हैं, बेअंत प्रकार दी भुलां गलतियां हो जांदियां ने। समा सीमित सी, समा समाप्त है। आप सारिਆਂ का बहुत बहुत धन्यवाद। भुलां चुकां मेरियां कोई गल चंगी लगी होवे ते गुरु की समझ के जिंदगी का आधार बनाओ। फतेह प्रवान करो जी। वाहिगुरू जी का खालसा, वाहिगुरू जी की फतेह।